ਪਰ ਕਿਤਾਬਾਂ ਦੀ ਜਗ੍ਹਾ ਆਪਣੀ ਹੈ, ਉਹ ਜਗ੍ਹਾ ਇਹ ਟੀਵੀ ਮੋਬਾਈਲ ਨਹੀਂ ਲੈ ਸਕਦੇ। ਸਰ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਸਾਹਿਤ ਨਾਲ ਜੁੜਿਆ ਹੋਇਆ ਹੈ? ਮੈਂ ਉਹਨਾਂ ਨੂੰ ਕਿਹਾ ਜੀ ਖਰੜਾ ਤਾਂ ਤੁਸੀਂ ਲੈ ਲਓਗੇ, ਪਰ ਉਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਹੋਣਾ ਹੈ ਕਿ ਮੈਂ ਪੈਸੇ ਲਾ ਕੇ ਕਿਤਾਬ ਛਪਵਾਵਾਂ, ਫਿਰ ਉਹ ਵੰਡਾਂ, ਇਹ ਸਾਰਾ ਕੁਝ ਮੈਂ ਕਿਹਾ ਮੇਰੇ ਕੋਲ ਨਹੀਂ ਜੇ ਹੋਣਾ। ਕੁਝ ਨਾ ਕੁਝ ਤਾਂ ਕਰਨਾ ਪੈਣਾ ਤੈਨੂੰ ਵੀ ਤੇ ਮੈਨੂੰ ਵੀ, ਜੀਣ ਲਈ ਹੈ ਮਰਨਾ ਪੈਣਾ ਤੈਨੂੰ ਵੀ ਤੇ ਮੈਨੂੰ ਵੀ। ਜੇ ਜ਼ਰਖੇਜ਼ ਬਣਾਉਣੀ ਹੈ ਤੂੰ ਧਰਤ ਮਨੁੱਖਤਾ ਦੀ, ਤਾਂ ਬੱਦਲ ਬਣ ਕੇ ਵਰਨਾ ਪੈਣਾ ਤੈਨੂੰ ਵੀ ਤੇ ਮੈਨੂੰ ਵੀ। ਜੀ ਦੋਸਤੋ, ਸਵਾਗਤ ਹੈ ਤੁਹਾਡਾ ਮਾਝਾ ਵਰਲਡ ਵਾਈਡ ਤੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ। ਅੱਜ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਜੀ ਪੰਜਾਬੀ ਸਾਹਿਤ ਦੇ ਮਸ਼ਹੂਰ ਗਜ਼ਲਗੋ ਸ਼ਾਇਰ ਕਲਿਆਣ ਅੰਮ੍ਰਿਤਸਰੀ ਜੀ ਨਾਲ। ਸੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਜਦਾ ਕਿਤਾਬ ਲੇਖਕ ਕਲਿਆਣ ਅੰਮ੍ਰਿਤਸਰੀ ਜੀ ਦੀ ਲਿਖੀ ਹੋਈ ਹੈ, ਜੋ ਕਿ ਬਤੌਰ ਗਜ਼ਲਗੋ ਮਸ਼ਹੂਰ ਨੇ। ਸਾਹਿਤਕ ਮਹਿਫਲਾਂ ਵਿੱਚ ਆਪਣੀ ਚੁੱਪ ਸਮੇਤ ਉਹ ਹਾਜ਼ਰ ਹੁੰਦੇ ਨੇ, ਪਰ ਆਪਣੀ ਵਾਰੀ ਆਉਣ 'ਤੇ ਪੁਖਤਾ ਸ਼ੇਅਰ ਸੁਣਾ ਕੇ ਸਰੋਤਿਆਂ ਨੂੰ ਕੀਲ ਲੈਂਦੇ ਨੇ। ਸ਼ਾਇਰੀ ਉਹਨਾਂ ਲਈ ਪਿਆਰ ਹੈ, ਮੁਹੱਬਤ ਹੈ, ਇਬਾਦਤ ਹੈ। ਉਹਨਾਂ ਦੀ ਸ਼ਾਇਰੀ ਵਿੱਚ ਐਸੀ ਖੁਸ਼ਬੂ ਹੈ ਜੋ ਪਾਠਕਾਂ ਦੀ ਰੂਹ ਨੂੰ ਮਹਿਕਾ ਦਿੰਦੀ ਹੈ। ਸ਼ਾਇਰੀ ਉਹਨਾਂ ਲਈ ਪਾਕ ਪਵਿੱਤਰ ਕਾਰਜ ਹੈ। ਉਹ ਕਵਿਤਾ ਅਤੇ ਜ਼ਿੰਦਗੀ ਨੂੰ ਇੱਕੋ ਜਿੰਨਾ ਪਿਆਰ ਦਿੰਦੇ ਨੇ। ਉਹਨਾਂ ਦੀਆਂ ਬਹੁਤ ਹੀ ਖੂਬਸੂਰਤ ਸਤਰਾਂ ਜੋ ਮੇਰੇ ਜ਼ਿਹਨ ਵਿੱਚ ਆ ਰਹੀਆਂ ਨੇ। ਦਿਲਾਂ ਵਿੱਚ ਰੱਖੋਗੇ ਜੇ ਫਾਸਲੇ ਹਜ਼ੂਰ, ਮੁਹੱਬਤਾਂ ਨੇ ਰਹਿਣਾ ਕਿਹਦੇ ਆਸਰੇ ਹਜ਼ੂਰ। ਦੂਰ ਵਾਲਿਆਂ ਦਾ ਰੱਖਣਾ ਵੀ ਮਾਣ ਚਾਹੀਦਾ, ਪਰ ਹੋ ਨਾ ਜਾਣ ਦੂਰ ਕਿਤੇ ਲਾਗਲੇ ਹਜ਼ੂਰ। ਸੋ ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਆਪਣੇ ਸਾਹਿਤਿਕ ਸਫ਼ਰ ਬਾਰੇ ਥੋੜ੍ਹਾ ਦੱਸੋ। ਸਾਹਿਤਕ ਸਫ਼ਰ ਮੈਂ ਆਪਣੀ ਛੋਟੀ ਉਮਰ ਤੋਂ ਹੀ ਮੈਨੂੰ ਇਹ ਜਿਹੜੀ ਚੇਤਕ ਸੀ ਸਾਹਿਤ ਬਾਰੇ ਉਹ ਲੱਗ ਗਈ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ, ਮੇਰੇ ਖਿਆਲ ਮੈਂ 15-16 ਸਾਲ ਦੀ ਉਮਰ ਦਾ ਸੀ ਜਦੋਂ ਮੈਨੂੰ ਇਸ ਪਾਸੇ ਉਹ ਸ਼ੌਕ ਜਾਗ ਪਿਆ। ਔਰ ਇਹ ਕੁਦਰਤੀ ਹੁੰਦਾ ਵਾ, ਕੋਈ ਬਦੋ-ਬਦੀ ਆਪਾਂ ਨਹੀਂ, ਇਹ ਕਲਾ ਕੋਈ ਵੀ ਆ ਉਹਨੂੰ ਆਪਾਂ ਬਦੋ-ਬਦੀ ਆਪਣੇ ਵੱਲ ਨਹੀਂ ਖਿੱਚ ਲੈਂਦੇ, ਕਲਾ ਸਾਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਅਤੇ ਉਦੋਂ ਹੀ ਫਿਰ ਮੈਂ ਕੁਛ ਛੋਟਾ ਮੋਟਾ ਲਿਖਣਾ ਸ਼ੁਰੂ ਕੀਤਾ। ਅਤੇ ਮੈਂ ਰੇਡੀਓ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦਾ ਹੁੰਦਾ ਸੀ। ਉਦੋਂ ਦੇ ਜਿਹੜੇ ਗਾਣੇ ਬਲੈਕ ਐਂਡ ਵਾਈਟ ਫਿਲਮਾਂ ਦੇ ਲੱਗਦੇ ਸੀ, ਅਤੇ ਉਹ ਤਕਰੀਬਨ ਸਾਰੀਆਂ ਗਜ਼ਲਾਂ ਹੀ ਹੁੰਦੀਆਂ ਸੀ, ਕਹਿੰਦੇ ਗੀਤ ਸੀਗੇ। ਅਤੇ ਉਹ ਮੈਂ ਜਿਹੜੇ ਉਸ ਟਾਈਮ ਜਿਹੜੇ ਗੀਤ ਚੱਲਦੇ ਸੀ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਦਾ ਸੀ ਅਤੇ ਮੈਨੂੰ ਬਹੁਤ ਚੰਗੇ ਲੱਗਦੇ ਸੀ। ਔਰ ਮੈਨੂੰ ਸਭ ਤੋਂ ਵਧੀਆ ਇਹ ਗੱਲ ਲੱਗਦੀ ਸੀ ਕਿ ਇੱਕ ਦੋ ਲਾਈਨਾਂ ਦੇ ਵਿੱਚ ਇੱਕ ਪੂਰੀ ਗੱਲ ਕਹਿ ਦਿੰਦਾ ਸੀ ਸ਼ਾਇਰ। ਅਤੇ ਉਹ ਉੱਥੋਂ ਬਸ ਮੈਨੂੰ ਪ੍ਰੇਰਨਾ ਮਿਲੀ ਕਿ ਇਹ ਇੱਕ ਚੰਗਾ ਬੜਾ ਵਧੀਆ ਜ਼ਰੀਆ ਹੈ ਕਿ ਆਪਣੀ ਗੱਲ ਕਹਿਣ ਲਈ ਤੁਸੀਂ ਦੋ ਲਾਈਨਾਂ ਵਿੱਚ ਸਾਰਾ ਕੁਝ ਬਿਆਨ ਕਰ ਲੈਂਦੇ ਹੋ। ਸਰ, ਤੁਹਾਡੇ ਪਰਿਵਾਰ ਵਿੱਚ ਵੀ ਕੋਈ ਸਾਹਿਤ ਨਾਲ ਜੁੜਿਆ ਹੋਇਆ ਹੈ? ਨਹੀਂ ਜੀ, ਪਰਿਵਾਰ ਵਿੱਚ ਕੋਈ ਸਾਹਿਤ ਨਾਲ ਨਹੀਂ ਜੁੜਿਆ, ਕਿਸੇ ਕਲਾ ਨਾਲ ਵੀ ਨਹੀਂ। ਹਾਂ, ਸਾਡੇ ਪਿਤਾ ਜੀ ਨਾ, ਮੈਂ ਸੁਣਦਾ ਸੀ ਆਪਣੀ ਮਾਤਾ ਜੀ ਕੋਲੋਂ ਕਿ ਉਹ ਨਾ ਆਪਣੇ ਜਵਾਨੀ ਵੇਲੇ ਨਾ ਬੰਸਰੀ ਵਜਾਉਂਦੇ ਹੁੰਦੇ ਸੀ, ਅਤੇ ਉਹ ਵੀ ਇੱਕ ਵਧੀਆ ਕਲਾ ਹੈ। ਤੋ ਕਲਾ ਕੋਈ ਵੀ ਹੋਵੇ ਉਹ ਸਾਹਿਤ ਦਾ ਰੂਪ ਹੈ। ਅਤੇ ਹੋ ਸਕਦਾ ਹੈ ਇਸ ਤਰ੍ਹਾਂ ਹੀ ਕੁਦਰਤੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਅੱਗੋਂ ਕਲਾ ਤੁਰਦੀ ਆ, ਇਹ ਉਹਨਾਂ ਦੇ ਹੀ ਉਹਦਾ ਹੀ ਮਤਲਬ ਰੰਗ ਹੋਵੇ ਕੋਈ। ਅਤੇ ਮੈਂ ਫਿਰ ਲਿਖਣ ਵੱਲ ਜਿਹੜਾ ਉਹ ਖਿੱਚ ਮੈਨੂੰ ਪੈ ਗਈ। ਸਰ, ਤੁਹਾਨੂੰ ਲਿਖਣ ਦਾ ਖਿਆਲ ਕਿਵੇਂ ਆਇਆ ਅਤੇ ਤੁਹਾਡੀ ਕਿਤਾਬ ਸਜਦਾ ਕਿਵੇਂ ਛਪੀ? ਸਜਦਾ ਮੈਂ ਪੰਜਾਬੀ ਸਾਹਿਤ ਸੰਗਮ ਇੱਕ ਸਾਹਿਤਕ ਉਹ ਹੈਗੀ ਆ, ਅਤੇ ਉਹਦਾ ਮੈਂ ਮੈਂਬਰ ਸੀ। ਅਤੇ ਮੈਂ ਜਾਂਦਾ ਸੀ, ਉਹ ਹਰ ਮਹੀਨੇ ਉਹਨਾਂ ਦੀ ਇੱਕ ਇਕੱਤਰਤਾ ਹੁੰਦੀ ਸੀ, ਅਤੇ ਉੱਥੇ ਮੈਂ ਆਪਣਾ ਜਿਹੜਾ ਕਲਾਮ ਸੀ ਉਹ ਸੁਣਾਉਂਦਾ ਸੀ। ਅਤੇ ਹੌਲੀ ਹੌਲੀ ਉਹ ਜਿਹੜੇ ਸਰੋਤੇ ਸੀ ਉਹਨਾਂ ਨੂੰ ਪਸੰਦ ਆਉਣ ਲੱਗ ਪਿਆ। ਉਹਦੇ ਨਾਲ ਮੇਰਾ ਹੌਸਲਾ ਵੀ ਵੱਧਦਾ ਗਿਆ, ਅਤੇ ਇਸ ਤਰ੍ਹਾਂ ਕੁਝ ਸ਼ੇਰ ਜਿਹੜੇ ਸੀ ਉਹਨਾਂ 'ਤੇ ਮੈਨੂੰ ਕਾਫੀ ਦਾਦ ਮਿਲਣ ਲੱਗ ਪਈ। ਅਤੇ ਫਿਰ ਉਹ ਸਾਹਿਤ ਸੰਗਮ
ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਕੋਈ ਕਿਤਾਬ ਹੈਗੀ ਆ। ਤੇ ਮੈਂ ਕਿਹਾ ਜੀ ਨਹੀਂ, ਮੇਰੀ ਕਿਤਾਬ ਕੋਈ ਨਹੀਂ। ਤੇ ਉਹ ਕਹਿਣ ਲੱਗੇ ਕਿ ਮੈਨੂੰ ਤੁਸੀਂ ਆਪਣਾ ਨਾ ਉਹ ਗਜ਼ਲਾਂ ਦਾ ਖਰੜਾ ਦਿਓ। ਤੇ ਮੈਂ ਉਹਨਾਂ ਨੂੰ ਕਿਹਾ ਜੀ ਖਰੜਾ ਤੇ ਤੁਸੀਂ ਲੈ ਲਓਗੇ, ਪਰ ਉਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਹੋਣਾ ਹੈ ਕਿ ਮੈਂ ਪੈਸੇ ਲਾ ਕੇ ਕਿਤਾਬ ਛਪਵਾਵਾਂ, ਫਿਰ ਉਹ ਵੰਡਾਂ, ਇਹ ਸਾਰਾ ਕੁਝ ਮੈਂ ਕਿਹਾ ਮੇਰੇ ਕੋਲ ਨਹੀਂ ਜੇ ਹੋਣਾ। ਤੇ ਉਹ ਕਹਿਣ ਲੱਗੇ ਨਹੀਂ, ਤੁਸੀਂ ਖਰੜਾ ਦਿਓ, ਫਿਰ ਬਾਕੀ ਬਾਅਦ 'ਚ ਦੇਖਾਂਗੇ। ਤੇ ਮੈਂ ਕਿਹਾ ਠੀਕ ਹੈ ਜੀ। ਮੈਂ ਕੁਛ ਦਿਨ ਲਾ ਕੇ ਉਹਨਾਂ ਨੂੰ ਆਪਣੀਆਂ 50 ਗਜ਼ਲਾਂ ਜਿਹੜੀਆਂ ਸੀ ਉਹ ਦੇ ਦਿੱਤੀਆਂ। ਤੇ ਉਹਨਾਂ ਨੂੰ ਦੇ ਕੇ ਮੈਂ ਕਹਿ ਦਿੱਤਾ ਜੀ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਜੀ ਕਰ ਸਕਦਾ। ਤੇ ਉਹ ਮੇਰੀ ਗੱਲ ਸਮਝ ਗਏ ਕਿ ਮੇਰਾ ਮਤਲਬ ਜਿਹੜਾ ਸੀ ਉਹ ਇਹੀ ਸੀ ਕਿ ਮੈਂ ਪੈਸੇ ਨਹੀਂ ਲਾ ਸਕਦਾ ਉੱਤੇ। ਤੇ ਖੈਰ ਉਹ ਬੜੇ ਚੰਗੀ ਸੋਚ ਦੇ ਮਾਲਕ ਸੀ ਪ੍ਰਧਾਨ ਜੀ ਸਰਬਜੀਤ ਸਿੰਘ ਸੰਧੂ। ਉਹਨਾਂ ਨੇ ਫਿਰ ਸਾਰਾ ਕੁਝ ਉਹਨੂੰ ਐਡਿਟ ਵੀ ਕੀਤਾ ਕਿਤਾਬ ਨੂੰ, ਪੈਸੇ ਵੀ ਉਹਨਾਂ ਨੇ ਸਭਾ ਵੱਲੋਂ ਹੀ ਲਾਏ ਤੇ ਮੇਰੀ ਕਿਤਾਬ ਇਸ ਤਰ੍ਹਾਂ ਹੋਂਦ ਵਿੱਚ ਆਈ। ਤੇ ਮੇਰਾ ਖਿਆਲ ਹੈ ਕਿ ਮੈਂ ਉਸ ਸਭਾ ਦਾ, ਪੰਜਾਬੀ ਸਾਹਿਤ ਸੰਗਮ ਦਾ ਤੇ ਪ੍ਰਧਾਨ ਜੀ ਜਾਂ ਬਾਕੀ ਦੂਸਰੇ ਮੈਂਬਰਾਂ ਦਾ ਹੀ ਇਹ ਸਾਰਾ ਕੁਝ ਕੋਸ਼ਿਸ਼ ਸੀ, ਮਿਹਨਤ ਸੀ ਕਿ ਮੇਰੀ ਕਿਤਾਬ ਜਿਹੜੀ ਆ ਉਹ ਸੱਚ ਦਾ ਤਿਆਰ ਹੋ ਗਈ। ਸਰ, ਤੁਹਾਡੀ ਪੁਸਤਕ ਦੇ ਵਿੱਚ ਕਿਰਤ ਬਾਰੇ ਜ਼ਿਕਰ ਕੀਤਾ ਤੁਸੀਂ, ਕਿਰਤ ਦੀ ਮਹਾਨਤਾ ਬਾਰੇ, ਉਸ ਬਾਰੇ ਥੋੜਾ ਦੱਸੋ। ਕਿਰਤ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਜ਼ਰੂਰੀ ਹਿੱਸਾ ਹੈ। ਇਸ ਤੋਂ ਬਗੈਰ ਹੈ ਸਾਡੀ ਜ਼ਿੰਦਗੀ ਜਿਹੜੀ ਉਹ ਚੱਲ ਹੀ ਨਹੀਂ ਸਕਦੀ। ਜ਼ਿੰਦਗੀ ਨਾਲ ਕਿਰਤ ਤੇ ਜ਼ਿੰਦਗੀ, ਇਹ ਜਿਸ ਤਰ੍ਹਾਂ ਕਹਿ ਲਓ ਕਿ ਕਹਿੰਦੇ ਕਿ ਦੋ ਪਹੀਏ ਨੇ, ਤੇ ਇਹ ਕਿਰਤ ਤੋਂ ਬਗੈਰ ਜ਼ਿੰਦਗੀ ਨਹੀਂ ਤੁਰਦੀ, ਤੇ ਜ਼ਿੰਦਗੀ ਜਿਹੜੀ ਆ ਉਹਨੂੰ ਤੋਰਨ ਲਈ ਕਿਰਤ ਤਾਂ ਜ਼ਰੂਰੀ ਹੈ। ਤੇ ਸੋ ਇਹ ਤਾਂ ਹਰ ਇੱਕ ਦੀ ਲੋੜ ਹੈ। ਤੇ ਜੇ ਆਪਾਂ ਇਹਨੂੰ ਸਾਹਿਤ ਦੇ ਵਿੱਚ ਇਹਦਾ ਜ਼ਿਕਰ ਹੀ ਨਹੀਂ ਕਰਦੇ ਤੇ ਇਹਦਾ ਮਤਲਬ ਅਸੀਂ ਬਹੁਤ ਵੱਡੇ ਇਹਨੂੰ ਦੇ ਨਹੀਂ ਰਹੇ, ਮਾਣ ਨਹੀਂ ਦੇ ਰਹੇ ਕਿਰਤ ਨੂੰ। ਤੇ ਫਿਰ ਸਾਹਿਤ ਦੇ ਵਿੱਚ ਤੇ ਜਿਹੜੇ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਉਹੀ ਕਰਨੀਆਂ ਹੁੰਦੀਆਂ। ਜ਼ਿੰਦਗੀ ਲਈ ਜੋ ਲੋੜ ਹੈ ਜ਼ਿੰਦਗੀ ਦੀ, ਉਹਨਾਂ ਦਾ ਜ਼ਿਕਰ ਤੇ ਆਉਣਾ ਹੀ ਆਉਣਾ। ਤੇ ਇਸੇ ਤਰ੍ਹਾਂ ਕਿਰਤ ਦਾ ਹੈ, ਬਾਕੀ ਹੋਰ ਗੱਲਾਂ ਵਿੱਚ ਕਈ ਜੁੜਦੀਆਂ ਨੇ ਤੇ ਫਿਰ ਜਾ ਕੇ ਜ਼ਿੰਦਗੀ ਜਿਹੜੀ ਹੈ ਉਹ ਸਾਡੀ ਸਾਵੀਂ ਪੱਧਰੀ ਚੱਲਦੀ ਹੈ। ਹਾਂਜੀ ਸਰ, ਤੁਸੀਂ ਰੇਡੀਓ ਤੇ ਵੀ ਕੰਮ ਕੀਤਾ ਹੈ, ਸਾਹਿਤ ਸਭਾ ਦੇ ਮੈਂਬਰ ਵੀ ਰਹੇ ਹੋ, ਆਪਣੇ ਤਜਰਬੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਰੇਡੀਓ ਤੇ ਉਸ ਜ਼ਮਾਨੇ ਵਿੱਚ ਰੇਡੀਓ ਹੁੰਦਾ ਸੀ ਤੇ ਟੀਵੀ ਤਾਂ ਬਹੁਤ ਬਾਅਦ 'ਚ ਆਇਆ। ਤੇ ਮੈਂ ਰੇਡੀਓ ਸੁਣਨ ਦਾ ਬੜਾ ਸ਼ੌਕੀਨ ਸੀ। ਰੇਡੀਓ ਦੇ ਵਿੱਚ ਨਾਟਕ, ਗਾਣੇ, ਗੀਤ, ਬਲੈਕ ਐਂਡ ਵਾਈਟ ਫਿਲਮਾਂ ਦੇ ਗੀਤ ਜਿਹੜੇ ਸੀ ਉਹ ਬੜੇ ਵਧੀਆ ਹੁੰਦੇ ਸੀ। ਉਹਨਾਂ ਨੂੰ ਲਿਖਣ ਵਾਲੇ ਸੱਚਮੁੱਚ ਦੇ ਕਹਿ ਲਓ ਕਿ ਉਹ ਸ਼ਾਇਰ ਹੁੰਦੇ ਸੀ। ਅੱਜ ਕੱਲ੍ਹ ਮੇਰੇ ਖਿਆਲ ਇੱਦਾਂ ਨਹੀਂ ਹੁੰਦਾ। ਅੱਜ ਕੱਲ੍ਹ ਤਾਂ ਉਹ ਤੁਸੀਂ ਵੀ ਸੁਣਦੇ ਹੋਵੋਗੇ ਕਿ ਪਤਾ ਨਹੀਂ, ਸ਼ਾਇਰੀ ਨਹੀਂ ਹੁੰਦੀ ਉਹਨਾਂ ਗਾਣਿਆਂ ਦੇ ਵਿੱਚ। ਤੇ ਉਹ ਸੁਣ ਕੇ ਤੇ ਮੈਨੂੰ ਚੰਗੇ ਲੱਗਦੇ ਸੀ ਤੇ ਮੈਂ ਇਸ ਤਰ੍ਹਾਂ ਫਿਰ ਉਹਨਾਂ ਵੱਲ, ਤੇ ਮੈਨੂੰ ਇਹ ਸ਼ੌਕ ਹੋਇਆ ਕਿ ਰੇਡੀਓ ਦੇ ਵਿੱਚ ਮੈਂ ਸੁਣਦਾ ਸੀ ਕਿ ਕਵੀ ਦਰਬਾਰ ਹੁੰਦੇ ਸੀ, ਕਹਾਣੀਆਂ ਵੀ ਪੇਸ਼ ਹੁੰਦੀਆਂ ਸੀ। ਤੇ ਜਦੋਂ ਮੈਂ ਇਸ ਪਾਸੇ ਵੱਲ ਤੁਰ ਪਿਆ ਤੇ ਮੇਰੇ ਦਿਲ ਵਿੱਚ ਆਈ ਕਿ ਮੈਂ ਵੀ ਰੇਡੀਓ 'ਤੇ ਟਰਾਈ ਕਰਾਂ ਕਿ ਸ਼ਾਇਦ ਮੈਂ ਵੀ ਉੱਥੇ ਜਾ ਕੇ ਕੁਛ ਕਰ ਸਕਾਂ। ਫਿਰ ਮੈਂ ਉਹਨਾਂ ਨੂੰ ਰੇਡੀਓ 'ਤੇ ਇੱਕ ਐਪਲੀਕੇਸ਼ਨ ਲਿਖ ਦਿੱਤੀ ਕਿ ਮੈਂ ਰੇਡੀਓ ਦੇ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੁੰਦਾ। ਤੇ ਉਹਨਾਂ ਨੇ ਮੈਨੂੰ ਬੁਲਾ ਲਿਆ ਤੇ ਫਿਰ ਉਹ ਪੁੱਛਣ ਲੱਗੇ ਕਿ ਤੁਸੀਂ ਕੀ ਕਰ ਸਕਦੇ ਹੋ। ਮੈਂ ਕਿਹਾ ਜੀ ਮੈਂ ਕੰਪੇਅਰਿੰਗ ਵੀ ਕਰ ਸਕਦਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਤੁਹਾਡੀ ਆਵਾਜ਼ ਅੱਛੀ ਹੈ, ਤੁਸੀਂ ਟਰਾਈ ਕਰੋ, ਤੁਸੀਂ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਛੇਤੀ ਹੀ ਨਾ, ਯੁਵਵਾਣੀ ਪ੍ਰੋਗਰਾਮ ਉਦੋਂ ਚੱਲਦਾ ਸੀ ਨੌਜਵਾਨਾਂ ਲਈ 4 ਤੋਂ 5, 4 ਵਜੇ ਤੋਂ 5 ਵਜੇ ਤੱਕ, ਉਹਨਾਂ ਨੇ ਮੈਨੂੰ ਕੁਝ ਦਿਨਾਂ ਦਾ ਕੰਟਰੈਕਟ ਭੇਜ ਦਿੱਤਾ। ਤੇ ਮੈਂ ਫਿਰ ਗਿਆ ਤੇ ਮੈਂ ਉਹਦੇ ਵਿੱਚ ਕਾਮਯਾਬ ਹੋ ਗਿਆ। ਫਿਰ ਉਹ ਪ੍ਰੋਗਰਾਮ ਇਸ ਤਰ੍ਹਾਂ ਮੈਂ ਕੁਝ ਵਾਰੀ ਇਸ ਤਰ੍ਹਾਂ ਕਰਦਾ ਰਿਹਾ। ਫਿਰ ਕੁਝ ਕਹਾਣੀਆਂ ਵੀ ਮੈਂ ਇਸੇ ਪ੍ਰੋਗਰਾਮ ਵਿੱਚ ਪੜ੍ਹੀਆਂ, ਕੁਝ ਕਵੀ ਦਰਬਾਰਾਂ ਵਿੱਚ ਵੀ ਮੈਂ ਹਿੱਸਾ ਲਿਆ। ਤੇ ਉਦੋਂ ਕਿ ਹਾਲੀ ਗਜ਼ਲ ਬਾਰੇ ਮੈਨੂੰ ਇੰਨੀ ਸਮਝ ਨਹੀਂ ਸੀ, ਪਰ ਲਿਖਦਾ ਮੈਂ ਗਜ਼ਲ ਹੀ ਸੀ।
ਤੇ ਉਦੋਂ ਜੋ ਵੀ ਜਿੱਦਾਂ ਦੀ ਹੈਗੀ ਸੀ ਉਹ ਵੀ ਮੈਂ ਉੱਥੇ ਕਰਦਾ ਰਿਹਾ ਪ੍ਰਸਾਰਿਤ। ਇੱਦਾਂ ਫਿਰ ਇਹ ਸਫ਼ਰ ਚੱਲਦਾ ਚੱਲਦਾ ਅੱਗੇ ਵੱਧਦਾ ਗਿਆ। ਸਰ ਅੱਜ ਕੱਲ੍ਹ ਕੀ ਰੁਝੇਵੇਂ ਚੱਲ ਰਹੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ? ਅੱਜ ਕੱਲ੍ਹ ਹੁਣ ਕੋਈ ਕੰਮਕਾਰ ਤਾਂ ਨਹੀਂ ਮੈਂ ਕਰ ਰਿਹਾ, ਇਸ ਉਮਰ 'ਚ ਕੋਈ ਵੀ ਨਹੀਂ ਕਰਦਾ। ਫਿਰ ਵੀ ਸਾਹਿਤਕ ਕੰਮ ਨਾਲ ਥੋੜ੍ਹਾ ਬਹੁਤ ਬੰਦਾ ਜੁੜਿਆ ਰਹਿੰਦਾ। ਮੈਂ ਕੁਝ ਬੈਕਗਰਾਊਂਡ ਜਿਹੜੀ ਆ ਉਹ ਆਵਾਜ਼ ਉਹਦਾ ਇਸਤੇਮਾਲ ਕਰ ਰਿਹਾ, ਆਪਣੀ ਆਵਾਜ਼ ਦਾ, ਅਤੇ ਵੋਇਸ ਓਵਰ ਦਾ ਕੰਮ ਕਦੀ ਕਦੀ ਮੈਨੂੰ ਮਿਲ ਜਾਂਦਾ ਅਤੇ ਮੈਂ ਉਹ ਕਰ ਲੈਂਦਾ। ਉਹਦੇ ਨਾਲ ਹੀ ਮਨ ਨੂੰ ਬੜੀ ਤਸਕੀਨ ਮਿਲਦੀ ਹੈ ਕਿ ਮੈਂ ਕੁਝ ਕਰ ਰਿਹਾ ਅਜੇ ਵੀ ਸਾਹਿਤ ਦੀ ਫੀਲਡ ਵਿੱਚ। ਸਰ ਜਾਂਦੇ ਜਾਂਦੇ ਆਪਣੀਆਂ ਪਸੰਦ ਦੀਆਂ ਕੋਈ ਖੂਬਸੂਰਤ ਸਤਰਾਂ ਗਜ਼ਲ ਦੀਆਂ ਪੇਸ਼ ਕਰੋ। ਮੈਂ ਇੱਕ ਦੋ ਸ਼ੇਰ ਸੁਣਾ ਦਿੰਦਾ ਜੀ ਤੁਹਾਨੂੰ। ਇਹ ਇੱਕ ਗਜ਼ਲ ਦਾ ਮਤਲਬ ਹੈ ਕਿ ਸਮਝ ਨਾ ਆਉਂਦੀ ਕਿੱਦਾਂ ਕੋਈ ਆਪਣਾ ਆਪ ਬਚਾਏ, ਸਮਝ ਨਾ ਆਉਂਦੀ ਕਿੱਦਾਂ ਕੋਈ ਆਪਣਾ ਆਪ ਬਚਾਏ, ਰਹਿਬਰ ਤੇ ਰਾਹਜ਼ਨ ਵਿੱਚ ਕੋਈ ਫਰਕ ਨਾ ਜਦ ਰਹਿ ਜਾਏ। ਇਸੇ ਗਜ਼ਲ ਦਾ ਇੱਕ ਸ਼ੇਰ ਹੋ ਰਿਹਾ ਹੈ ਕਿ ਜਿਸ ਦੇ ਕੋਟ ਤੇ ਸੱਜਿਆ ਹੋਵੇ ਖਿੜਿਆ ਫੁੱਲ ਗੁਲਾਬੀ, ਹੋ ਸਕਦਾ ਹੈ ਹੇਠਾਂ ਉਸਨੇ ਕੰਡੇ ਹੋਣ ਛੁਪਾਏ। ਇਸੇ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਮਜ਼ਹਬਾਂ ਦੀ ਹੋ ਗਈ ਮਿਲਾਵਟ ਹਰ ਇੱਕ ਬੰਦੇ ਅੰਦਰ, ਮਜ਼ਹਬਾਂ ਦੀ ਹੋ ਗਈ ਮਿਲਾਵਟ ਹਰ ਇੱਕ ਬੰਦੇ ਅੰਦਰ, ਹੁਣ ਨਾ ਕੋਈ ਖਾਲਸ ਬੰਦਾ ਕਿਧਰੇ ਨਜ਼ਰੀ ਆਏ, ਕਿਧਰੇ ਨਜ਼ਰੀ। ਬਹੁਤ ਖੂਬ, ਬਹੁਤ ਸੋਹਣੀਆਂ ਤੁਸੀਂ ਲਾਈਨਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਸਰ ਤੁਸੀਂ ਸਾਹਿਤ ਨਾਲ ਜੁੜੇ ਹੋ, ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਅੱਜ ਕੱਲ੍ਹ ਸਾਹਿਤ ਦਾ ਰੁਝਾਨ ਬਹੁਤ ਘਟ ਗਿਆ ਹੈ, ਕਿਤਾਬਾਂ ਪੜ੍ਹਨਾ ਕੋਈ ਪਸੰਦ ਨਹੀਂ ਕਰਦਾ, ਤੁਹਾਡੇ ਕੀ ਵਿਚਾਰ ਇਸ ਬਾਰੇ? ਦੇਖੋ, ਸਾਹਿਤ ਪੜ੍ਹਨਾ ਜਿਹੜਾ ਇਹ ਜ਼ਿੰਦਗੀ ਲਈ ਬੜੀ ਜ਼ਰੂਰੀ ਹੈ, ਇੱਕ ਚੀਜ਼ ਜ਼ਰੂਰੀ ਹੈ, ਘਟ ਗਿਆ ਹੈ। ਇਹਦੇ ਵੀ ਕੁਝ ਕਾਰਨ ਨੇ। ਸਾਡੇ ਇਸ ਵੇਲੇ ਜੋ ਵੀ ਸਿਨੇਮਾ, ਟੀਵੀ ਜਾਂ ਸਭ ਤੋਂ ਜ਼ਿਆਦਾ ਇਸ ਵੇਲੇ ਮੋਬਾਈਲ ਫੋਨ ਹੈ, ਅਤੇ ਉਹ ਜ਼ਿਆਦਾ ਲੋਕ ਇਸ ਪਾਸੇ ਰੁੱਝ ਕੇ ਨੇ, ਉਹਨਾਂ ਨੂੰ ਵੀ ਚੰਗਾ ਲੱਗਦਾ ਹੈ। ਪੜ੍ਹਨ ਨਾਲੋਂ ਸੁਣਨਾ, ਵੇਖਣਾ ਉਹਨਾਂ ਨੂੰ ਜ਼ਿਆਦਾ ਉਹ ਲੱਗਦਾ ਹੈ, ਚੰਗਾ ਲੱਗਦਾ ਹੈ ਅਤੇ ਸੌਖਾ ਲੱਗਦਾ ਹੈ। ਅਤੇ ਕਿਤਾਬ ਨੂੰ ਪੜ੍ਹਨਾ ਥੋੜ੍ਹਾ ਟਾਈਮ ਚਾਹੀਦਾ ਵਾ, ਉਹ ਸਾਰਾ, ਪਰ ਜੋ ਗੱਲ ਪੜ੍ਹਨ ਵਿੱਚ ਹੈ ਉਹ ਵੇਖਣ ਜਾਂ ਸੁਣਨ ਵਿੱਚ ਨਹੀਂ। ਪੜ੍ਹਨ ਦਾ ਜੋ ਆਦਮੀ ਦੀ ਤੁਰ ਅੰਦਰ ਤੱਕ ਜਿਹੜੀ ਆ, ਉਹ ਲੇਖਕ ਨੇ ਜੋ ਕਿਹਾ ਵਾ, ਜੋ ਸਾਨੂੰ ਗੱਲ ਚੰਗੀ ਸਿਖਾਉਣੀ ਚਾਹੀਦੀ ਆ, ਉਹ ਸਾਡੇ ਧੁਰ ਅੰਦਰ ਤੱਕ ਲੈ ਜਾਂਦੀ ਹੈ, ਪੜ੍ਹਨ ਨਾਲ ਸਾਡੇ ਦਿਮਾਗ 'ਚ ਵਸ ਜਾਂਦੀ ਹੈ, ਔਰ ਉਹਦਾ ਚੰਗਾ ਪ੍ਰਭਾਵ ਪੈਂਦਾ ਵਾ। ਉਹਦੇ ਵਿੱਚੋਂ ਅਸੀਂ ਚੰਗੀ ਜੀਵਨ ਜਾਂਚ ਸਿੱਖ ਸਕਦੇ ਹਾਂ। ਕਾਫੀ ਅੱਛੀਆਂ ਅੱਛੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਜਿਹੜੀਆਂ ਸਾਨੂੰ ਪੜ੍ਹਨ ਨੂੰ ਮਿਲਦੀਆਂ, ਨਾਵਲ ਹੁੰਦੇ ਆ, ਹੋਰ ਵਾਰਤਕ ਦੀਆਂ ਕਿਤਾਬਾਂ ਹੁੰਦੀਆਂ, ਉਹਨਾਂ ਵਿੱਚ ਲੇਖਕਾਂ ਦੇ ਆਪਣੇ ਤਜਰਬੇ ਹੁੰਦੇ ਆ ਜ਼ਿੰਦਗੀ ਬਾਰੇ, ਔਰ ਸਾਨੂੰ ਸਾਰਿਆਂ ਨੂੰ ਉਹ ਜੀਵਨ ਜਾਂਚ ਜਿਹੜੀ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਕਿੱਦਾਂ ਜੀਣਾ, ਸਾਰਥਿਕ ਢੰਗ ਨਾਲ ਕਿੱਦਾਂ ਜੀਣਾ, ਉਹ ਸਾਨੂੰ ਉੱਥੋਂ ਜੋ ਪ੍ਰੇਰਨਾ ਮਿਲਦੀ ਆ, ਉਹ ਦਿਲ ਵਿੱਚ ਡੂੰਘੀ ਉਤਰ ਜਾਂਦੀ। ਤੋ ਇਸ ਲਈ ਪੜ੍ਹਨਾ ਵੀ ਬੜਾ ਜ਼ਰੂਰੀ ਆ। ਪੜ੍ਹਦੇ ਨੇ ਅਜੇ ਵੀ ਲੋਕ, ਐਸੀ ਗੱਲ ਨਹੀਂ ਕਿ ਬਿਲਕੁਲ ਇਹ ਕੋਈ ਖ਼ਤਮ ਹੋ ਗਈ ਹੈ ਗੱਲ। ਤੋ ਇੱਦਾਂ ਪੜ੍ਹਨਾ ਵੈਸੇ ਜ਼ਰੂਰੀ ਆ। ਮੈਂ ਤਾਂ ਇਹੋ ਕਹਾਂਗਾ ਕਿ ਹਰ ਇੱਕ ਨੂੰ ਚੰਗੀਆਂ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਪੜ੍ਹਨੀਆਂ ਚਾਹੀਦੀਆਂ, ਅਤੇ ਅੱਗੋਂ ਬੱਚਿਆਂ ਨੂੰ ਵੀ। ਔਰ ਸਭ ਤੋਂ ਮਾੜੀ ਗੱਲ ਇਸ ਵੇਲੇ ਇਹ ਹੈ ਕਿ ਲੋਕ ਆਪ ਤਾਂ ਪੜ੍ਹਦੇ ਨਹੀਂ, ਅੱਗੋਂ ਬੱਚਿਆਂ ਨੂੰ ਵੀ ਕੋਈ ਨਹੀਂ ਉਹ ਕਰਦੇ। ਆਪ ਤਾਂ ਉਹ ਬਹਾਨਾ ਲਾ ਦਿੰਦੇ ਕਿ ਸਾਨੂੰ ਜੀ ਟਾਈਮ ਨਹੀਂ ਮਿਲਦਾ, ਕਾਰੋਬਾਰ 'ਚ ਮਿਲਦਾ ਨਹੀਂ, ਅਤੇ ਬੱਚਿਆਂ ਨੂੰ ਵੀ ਅੱਗੋਂ ਉਹ ਨਹੀਂ ਕਰਦੇ। ਬੱਚੇ ਵੀ ਟੀਵੀ, ਮੋਬਾਈਲ ਫੋਨ 'ਚ ਹੀ ਲੱਗੇ ਰਹਿੰਦੇ ਆ। ਲੇਕਿਨ ਇਹ ਬੜੀ ਮਾੜੀ, ਖੈਰ ਮਾੜੀ ਨਹੀਂ, ਬੜੀ ਬੜੀ ਜਾਣਕਾਰੀ ਵੀ ਮਿਲਦੀ ਹੈ ਸਾਨੂੰ ਟੀਵੀ ਵਿੱਚੋਂ, ਚੰਗੇ ਪ੍ਰੋਗਰਾਮ ਵੀ ਮਿਲਦੇ ਨੇ, ਸਿੱਖਣ ਨੂੰ ਬੜਾ ਕੁਛ ਮਿਲਦਾ ਵਾ। ਪਰ ਕਿਤਾਬਾਂ ਦੀ ਜਗ੍ਹਾ ਆਪਣੀ ਹੈ, ਉਹ ਜਗ੍ਹਾ ਇਹ ਟੀਵੀ, ਮੋਬਾਈਲ ਨਹੀਂ ਲੈ ਸਕਦੇ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪਣਾ ਕੀਮਤੀ ਸਮਾਂ ਸਾਡੀ ਸਮੁੱਚੀ ਟੀਮ ਨੂੰ ਦੇਣ ਦਾ। ਮਾਝਾ ਵਰਲਡ ਵਾਈਡ ਦੀ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਜ਼ਿੰਦਗੀ ਦੀਆਂ ਆਉਣ ਵਾਲੀਆਂ ਬਹਾਰਾਂ ਨੂੰ ਮਾਣਦੇ ਰਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀ, ਚੜ੍ਹਦੀ ਕਲਾ ਅਤੇ ਦੇਹ ਅਰੋਗਤਾ ਬਖਸ਼ਣ।
ਸੋ ਇਸੇ ਹੀ ਉਮੀਦ ਤੇ ਆਸ ਨਾਲ ਅਸੀਂ ਸਜਦਾ ਨੂੰ ਸਜਦਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਸੋ ਇਹ ਸੀ ਜੀ ਲੇਖਕ ਕਲਿਆਣ ਅੰਮ੍ਰਿਤਸਰੀ ਜੀ ਨਾਲ ਇੱਕ ਖਾਸ ਮੁਲਾਕਾਤ। ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ।